ਅੱਜ ਮੇਰਾ ਵਿਆਹ ਸੀ। ਹਰ ਕੁੜੀ ਦੇ ਆਪਣੇ ਵਿਆਹ ਨੂੰ ਲੈ ਕੇ ਕੁਝ ਸੁਪਨੇ ਹੁੰਦੇ ਹਨ। ਉਹ ਆਪਣੇ ਵਿਆਹ ਦੇ ਲਈ ਆਪਣੇ ਅਰਮਾਨ ਸੰਭਾਲਦੀ ਹੈ, ਪਰ ਮੇਰਾ ਜੋ ਵਿਆਹ ਹੋਇਆ ਸੀ ਉਹ ਹੋਰ ਵਿਆਹਾਂ ਨਾਲੋਂ ਥੋੜ੍ਹਾ ਵੱਖਰਾ ਸੀ। ਇਹ ਵਿਆਹ ਘੱਟ ਤੇ ਮੇਰੀ ਮਜਬੂਰੀ ਦਾ ਸੌਦਾ ਜ਼ਿਆਦਾ ਸੀ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਗਈ। ਮੇਰੇ ਸਹੁਰੇ ਘਰ ਸਿਰਫ ਮੇਰਾ ਪਤੀ ਤੇ ਮੇਰਾ ਸਹੁਰਾ ਹੀ ਸੀ। ਮੇਰਾ ਸਵਾਗਤ ਕਰਨ ਦੇ ਲਈ ਉੱਥੇ ਕੋਈ ਵੀ ਨਹੀਂ ਸੀ। ਮੈਨੂੰ ਸਿੱਧਾ ਮੇਰੇ ਪਤੀ ਦੇ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ। ਮੈਂ ਦੁਲਹਨ ਬਣੀ ਬੈਠੀ ਸੀ। ਸਾਦਾ ਜਿਹਾ ਜੋੜਾ ਪਾਏ ਇੱਕ ਆਮ ਜਿਹੀ ਦੁਲਹਨ। ਆਉਣ ਵਾਲੇ ਵਕਤ ਦੇ ਡਰ ਦੀ ਵਜ੍ਹਾ ਨਾਲ ਮੇਰੇ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ ਤੇ ਹੱਥਾਂ 'ਤੇ ਵਾਰ-ਵਾਰ ਪਸੀਨਾ ਆ ਰਿਹਾ ਸੀ। ਆਪਣੇ ਪਤੀ ਦੇ ਬਾਰੇ ਸੁਣੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ ਕਿ ਇਹਦੇ ਨਾਲ ਵਿਆਹ ਨਾ ਕਰੋ, ਇਹ ਪਾਗਲ ਹੈ, ਸਾਈਕੋ ਹੈ। ਤੂੰ ਤਾਂ ਚੰਗੀ ਭਲੀ ਪੜ੍ਹੀ ਲਿਖੀ ਕੁੜੀ ਹੈ, ਫਿਰ ਕਿਉਂ ਇਸ ਪਾਗਲ ਇਨਸਾਨ ਦੇ ਨਾਲ ਵਿਆਹ ਕਰਨ ਦੀ ਬੇਵਕੂਫੀ ਕਰ ਰਹੀ ਹੈ? ਇੱਕ ਤੋਂ ਬਾਅਦ ਇੱਕ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ। ਘਬਰਾਹਟ ਨਾਲ ਮੇਰਾ ਗਲਾ ਸੁੱਕ ਰਿਹਾ ਸੀ। ਮੈਂ ਆਪਣੀ ਘਬਰਾਹਟ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇੰਨੇ ਵਿੱਚ ਮੇਰਾ ਪਤੀ ਕਮਰੇ ਵਿੱਚ ਆ ਗਿਆ। ਆ ਕੇ ਮੇਰੇ ਕੋਲ ਬੈੱਡ 'ਤੇ ਬੈਠ ਗਿਆ ਤੇ ਮੈਨੂੰ ਕਹਿਣ ਲੱਗਾ, ਆਪਣਾ ਘੁੰਡ ਚੁੱਕੋ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ। ਮੈਂ ਪਹਿਲਾਂ ਹੀ ਆਪਣੇ ਪਤੀ ਦੇ ਬਾਰੇ ਅਜੀਬ-ਅਜੀਬ ਗੱਲਾਂ ਸੁਣ ਰੱਖੀਆਂ ਸੀ। ਇਸੇ ਕਰਕੇ ਮੈਂ ਉਸ ਦੀ ਗੱਲ ਮੰਨ ਲਈ ਤੇ ਆਪਣਾ ਘੁੰਡ ਖੁਦ ਹੀ ਚੁੱਕ ਲਿਆ। ਪਰ ਜਿੱਦਾਂ ਹੀ ਮੇਰੀ ਨਜ਼ਰ ਉਸਦੇ ਚਿਹਰੇ 'ਤੇ ਪਈ ਤਾਂ ਮੈਂ ਚੌਂਕ ਗਈ। ਉਸਨੇ ਵੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿੰਨੀ ਦੇਰ ਤੱਕ ਟਕ-ਟਕੀ ਲਾਈ ਮੇਰੇ ਵੱਲ ਦੇਖਦਾ ਰਿਹਾ। ਨਾ ਜਾਣੇ ਉਸਨੂੰ ਕੀ ਹੋਇਆ, ਉਹ ਇੱਕਦਮ ਉੱਠ ਕੇ ਉੱਪਰ ਛੱਤ 'ਤੇ ਚਲਾ ਗਿਆ। ਮੇਰਾ ਨਾਮ ਰੇਖਾ ਹੈ ਅਤੇ ਮੈਂ ਇੱਕ ਗਰੀਬ ਘਰ ਤੋਂ ਤਾਲੁਕ ਰੱਖਦੀ ਹਾਂ। ਘਰ ਵਿੱਚ ਮੇਰੇ ਤੋਂ ਇਲਾਵਾ ਮਾਂ, ਪਿਤਾ ਜੀ ਅਤੇ ਮੇਰਾ ਇੱਕ ਛੋਟਾ ਭਰਾ ਵੀ ਹੈ। ਭਰਾ ਹਜੇ ਛੋਟਾ ਸੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਸੀ, ਜਦਕਿ ਮੈਂ ਇੰਟਰ ਕਰਕੇ ਦਿੱਲੀ ਦੀ ਮਸ਼ਹੂਰ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ 'ਤੇ ਪੜ੍ਹ ਰਹੀ ਸੀ। ਇੱਥੇ ਮੇਰੇ ਵਰਗੀਆਂ ਕੁੜੀਆਂ ਬਹੁਤ ਘੱਟ ਸੀ ਜੋ ਗਰੀਬ ਪਰਿਵਾਰ ਵਿੱਚੋਂ ਸੀ। ਬਾਕੀ ਇੱਥੇ ਚੰਗੇ ਭਲੇ ਅਮੀਰ ਘਰ ਦੇ ਮੁੰਡੇ ਅਤੇ ਕੁੜੀਆਂ ਪੜ੍ਹਨ ਆਉਂਦੇ ਸਨ। ਇਸ ਕਰਕੇ ਮੈਂ ਸ਼ੁਰੂ ਤੋਂ ਹੀ ਆਪਣੇ ਆਪ ਵਿੱਚ ਹੀ ਮਗਨ ਰਹਿੰਦੀ ਸੀ। ਮੇਰੀ ਕਾਲਜ ਵਿੱਚ ਵੀ ਕੋਈ ਦੋਸਤ ਨਹੀਂ ਸੀ। ਹੁਣ ਯੂਨੀਵਰਸਿਟੀ ਵਿੱਚ ਵੀ ਮੈਂ ਕਿਸੇ ਦੇ ਨਾਲ ਵੀ ਦੋਸਤੀ ਨਾ ਕੀਤੀ। ਬਸ ਪ੍ਰੋਜੈਕਟ ਦੇ ਲਈ ਕਲਾਸ ਵਿੱਚ ਜੋ ਗਰੁੱਪ ਸਰ ਨੇ ਬਣਾਇਆ ਸੀ ਉਹਨਾਂ ਦੇ ਨਾਲ ਕਦੀ-ਕਦਾਈ ਸਟੱਡੀ ਦੀ ਡਿਸਕਸ਼ਨ ਕਰ ਲੈਂਦੀ ਸੀ। ਪਰ ਇਹਨਾਂ ਦਿਨਾਂ ਵਿੱਚ ਹੀ ਜੈਪੁਰ ਤੋਂ ਇੱਕ ਮੁੰਡਾ ਰਾਹੁਲ ਮਾਈਗ੍ਰੇਟ ਹੋ ਕੇ ਸਾਡੇ ਡਿਪਾਰਟਮੈਂਟ ਵਿੱਚ ਆਇਆ ਸੀ। ਉਸਦੇ ਆਉਂਦੇ ਹੀ ਪੂਰੇ ਡਿਪਾਰਟਮੈਂਟ ਵਿੱਚ ਉਸਦੇ ਚਰਚੇ ਹੋਣ ਲੱਗੇ। ਉਹ ਬਹੁਤ ਸੋਹਣਾ ਸੁਨੱਖਾ ਸੀ ਤੇ ਹਰ ਕੁੜੀ ਉਸਦੇ ਨਾਲ ਗੱਲ ਕਰਨ ਦੀ ਤਮੰਨਾ ਰੱਖਦੀ ਸੀ। ਜਦੋਂ ਮੈਂ ਪਹਿਲੀ ਨਜ਼ਰ ਵਿੱਚ ਉਸਨੂੰ ਦੇਖਿਆ ਤਾਂ ਆਪਣਾ ਦਿਲ ਹਾਰ ਬੈਠੀ। ਪਰ ਉਹ ਤਾਂ ਇੱਕ ਇੱਦਾਂ ਦਾ ਚੰਦ ਸੀ ਜਿਸ ਨੂੰ ਹੱਥ ਲਾਉਣ ਦੀ ਤਮੰਨਾ ਤਾਂ ਕਰ ਸਕਦੀ ਸੀ ਪਰ ਹੱਥ ਨਹੀਂ ਲਗਾ ਸਕਦੀ ਸੀ। ਮੇਰੇ ਨਾਲ ਇੱਦਾਂ ਪਹਿਲੀ ਵਾਰ ਹੋਇਆ ਸੀ, ਪਰ ਮੈਂ ਆਪਣੀਆਂ ਫੀਲਿੰਗਸ ਨੂੰ ਦਿਲ ਵਿੱਚ ਹੀ ਦਬਾ ਲਿਆ ਅਤੇ ਕਦੀ ਵੀ ਕਿਸੇ ਨੂੰ ਜ਼ਾਹਿਰ ਨਹੀਂ ਕੀਤਾ। ਕਲਾਸ ਵਿੱਚ ਜਦੋਂ ਨਵੇਂ ਗਰੁੱਪ ਬਣੇ ਤਾਂ ਰਾਹੁਲ ਮੇਰੇ ਗਰੁੱਪ ਵਿੱਚ ਸ਼ਾਮਿਲ ਹੋ ਗਿਆ। ਹੁਣ ਅਕਸਰ ਹੀ ਪੜ੍ਹਾਈ ਦੇ ਸਿਲਸਿਲੇ ਵਿੱਚ ਸਾਡੀ ਗੱਲਬਾਤ ਹੋਣ ਲੱਗ ਪਈ ਸੀ। ਕਦੀ-ਕਦਾਈ ਦਾ ਰਾਹੁਲ ਮੇਰੇ ਨੋਟਿਸ ਵੀ ਬਣਾ ਦਿੰਦਾ ਤੇ ਉਹ ਹਰ ਤਰ੍ਹਾਂ ਨਾਲ ਪੜ੍ਹਾਈ ਵਿੱਚ ਮੇਰੀ ਮਦਦ ਕਰਦਾ, ਜਦਕਿ ਕਿਸੇ ਹੋਰ ਲੜਕੀ ਨਾਲ ਗੱਲ ਵੀ ਨਾ ਕਰਦਾ। ਕੁਝ ਕੁੜੀਆਂ ਤਾਂ ਮੈਨੂੰ ਕਹਿੰਦੀਆਂ ਕਿ ਰਾਹੁਲ ਤੈਨੂੰ ਪਸੰਦ ਕਰਦਾ ਹੈ, ਪਰ ਮੈਂ ਉਹਨਾਂ ਦੀ ਗੱਲ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਕੱਢ ਦਿੰਦੀ, ਕਿਉਂਕਿ ਮੈਨੂੰ ਆਪਣੀ ਔਕਾਤ ਦਾ ਪਤਾ ਸੀ। ਬੇਸ਼ੱਕ ਮੈਂ ਬਹੁਤ ਖੂਬਸੂਰਤ ਸੀ, ਪਰ ਮੇਰਾ ਸਟੇਟਸ ਰਾਹੁਲ ਦੇ ਸਟੇਟਸ ਨਾਲ ਮੈਚ ਨਹੀਂ ਕਰਦਾ ਸੀ ਅਤੇ ਉਹ ਕੋਈ ਪਾਗਲ ਹੀ ਸੀ ਜੋ ਇੰਨੀਆਂ ਚੰਗੀਆਂ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰਦਾ। ਉਹ ਦੇਸ਼ ਦੀ ਹਾਈ-ਫਾਈ ਪ੍ਰੋਫਾਈਲ ਫੈਮਿਲੀ ਤੋਂ ਤਾਲੁਕ ਰੱਖਦਾ ਸੀ ਤੇ ਮੈਂ ਇੱਕ ਛੋਟੇ ਜਿਹੇ ਤੇ ਆਮ ਪਰਿਵਾਰ ਤੋਂ ਤਾਲੁਕ ਰੱਖਦੀ ਸੀ ਜਿਸ ਦਾ ਬਾਪ ਸਬਜ਼ੀਆਂ ਵੇਚਦਾ ਸੀ। ਯੂਨੀਵਰਸਿਟੀ ਦਾ ਵਕਤ ਕਿੱਦਾਂ ਖਤਮ ਹੋਇਆ ਕੁਝ ਪਤਾ ਹੀ ਨਾ ਲੱਗਾ। ਨਾ ਮੈਂ ਕਦੀ ਰਾਹੁਲ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਨਾ ਹੀ ਕਦੀ ਰਾਹੁਲ ਨੇ ਕੋਈ ਫਾਲਤੂ ਗੱਲ ਕੀਤੀ। ਅੱਜ ਸਾਡਾ ਯੂਨੀਵਰਸਿਟੀ ਵਿੱਚ ਆਖਰੀ ਦਿਨ ਸੀ, ਪਰ ਅੱਜ ਰਾਹੁਲ ਨਹੀਂ ਆਇਆ ਸੀ। ਮੇਰੇ ਦਿਲ ਨੂੰ ਅਜੀਬ ਜਿਹੀ ਬੇਚੈਨੀ ਲੱਗੀ ਹੋਈ ਸੀ। ਮੈਂ ਬਹੁਤ ਇੰਤਜ਼ਾਰ ਕੀਤਾ ਤੇ ਉਸਨੂੰ ਬਸ ਇੱਕ ਆਖਰੀ ਵਾਰ ਦੇਖਣਾ ਚਾਹੁੰਦੀ ਸੀ, ਪਰ ਨਾ ਜਾਣੇ ਉਹ ਕਿਉਂ ਨਹੀਂ ਆਇਆ। ਅਸੀਂ ਤਾਂ ਕਦੀ ਇੱਕ ਦੂਸਰੇ ਨੂੰ ਆਪਣਾ ਨੰਬਰ ਵੀ ਨਹੀਂ ਦਿੱਤਾ ਸੀ ਤੇ ਨਾ ਹੀ ਕਦੀ ਇਸ ਦੀ ਜ਼ਰੂਰਤ ਹੀ ਪਈ ਸੀ ਅਤੇ ਅੱਜ ਆਖਰੀ ਦਿਨ ਵੀ ਉਹ ਨਹੀਂ ਆ ਸਕਿਆ। ਮੈਂ ਭਰੇ ਭਾਰੇ ਮਨ ਨਾਲ ਯੂਨੀਵਰਸਿਟੀ ਤੋਂ ਘਰ ਆ ਗਈ। ਮੇਰਾ ਆਖਰੀ ਦਿਨ ਬਹੁਤ ਬੁਰਾ ਗੁਜ਼ਰਿਆ ਸੀ। ਕੁਝ ਦਿਨ ਤਾਂ ਯੂਨੀਵਰਸਿਟੀ ਦੀ ਥਕਾਨ ਲਾਉਣ ਵਿੱਚ ਹੀ ਗੁਜ਼ਰ ਗਈ। ਫਿਰ ਕੁਝ ਦਿਨ ਬਾਅਦ ਜ਼ਿੰਦਗੀ ਨੇ ਇੱਦਾਂ ਦਾ ਪਲਟਾ ਖਾਧਾ ਕਿ ਮੈਂ ਦੰਗ ਰਹਿ ਗਈ। ਪਿਤਾ ਜੀ ਨੂੰ ਅਚਾਨਕ ਕੰਮ ਦੌਰਾਨ ਹਾਰਟ ਅਟੈਕ ਹੋਇਆ ਤੇ ਉਹ ਕਈ ਦਿਨਾਂ ਤੱਕ ਹਸਪੀਟਲ ਦਾਖਲ ਰਹੇ। ਕੰਮ ਤਾਂ ਬੰਦ ਹੋਣਾ ਹੀ ਸੀ। ਨਾਲ ਹੀ ਟੈਸਟਾਂ ਦੇ ਦੌਰਾਨ ਪਤਾ ਲੱਗਾ ਕਿ ਪਿਤਾ ਜੀ ਦੇ ਵਾਲ ਬੰਦ ਹਨ ਤੇ ਦਿਲ ਦੀ
ਮੇਜਰ ਸਰਜਰੀ ਕਰਵਾਉਣੀ ਪਵੇਗੀ। ਸਾਡੀ ਇੰਨੀ ਹੈਸੀਅਤ ਨਹੀਂ ਸੀ ਕਿ ਅਸੀਂ ਇੰਨਾ ਮਹਿੰਗਾ ਇਲਾਜ ਦਾ ਖਰਚਾ ਚੁੱਕ ਸਕੀਏ। ਵਕਤੀ ਤੌਰ 'ਤੇ ਪਿਤਾ ਜੀ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਕੇ ਘਰ ਆ ਗਏ ਸਨ। ਪਿਤਾ ਜੀ ਘਰ ਤਾਂ ਆ ਗਏ ਸਨ, ਪਰ ਡਾਕਟਰ ਨੇ ਸਖਤੀ ਨਾਲ ਉਹਨਾਂ ਨੂੰ ਆਰਾਮ ਕਰਨ ਦਾ ਕਿਹਾ। ਪਿਤਾ ਜੀ ਹੁਣ ਜ਼ਿਆਦਾਤਰ ਘਰ ਹੀ ਰਹਿੰਦੇ। ਉਹ ਬਹੁਤ ਕੋਸ਼ਿਸ਼ ਕਰਦੇ ਕਿ ਕੰਮ 'ਤੇ ਜਾਣ, ਪਰ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਅਤੇ ਕੰਮ 'ਤੇ ਨਹੀਂ ਜਾਣ ਦਿੰਦੀ। ਇੱਕ ਦਿਨ ਮੇਰੇ ਤੋਂ ਚੋਰੀ ਉਹ ਕੰਮ 'ਤੇ ਚਲੇ ਹੀ ਗਏ ਤਾਂ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਫਿਰ ਪਿਤਾ ਜੀ ਖੁਦ ਹੀ ਕਹਿਣ ਲੱਗ ਪਏ ਕਿ ਜਦੋਂ ਤੱਕ ਮੈਂ ਠੀਕ ਨਹੀਂ ਹੋ ਜਾਣਾ ਉਦੋਂ ਤੱਕ ਕੰਮ ਨਹੀਂ ਕਰਾਂਗਾ। ਪਰ ਇੱਦਾਂ ਕਦੋਂ ਤੱਕ ਚੱਲਦਾ। ਘਰ ਵਿੱਚ ਮੌਜੂਦ ਜਿੰਨਾ ਵੀ ਰਾਸ਼ਨ ਸੀ ਸਾਰਾ ਖਤਮ ਹੋਣ 'ਤੇ ਆ ਗਿਆ। ਜਿੰਨੀ ਜਮ੍ਹਾਂ ਪੂੰਜੀ ਸੀ ਥੋੜ੍ਹੀ ਥੋੜ੍ਹੀ ਕਰਕੇ ਲੱਗਣ ਲੱਗ ਪਈ। ਅਸੀਂ ਘਰ ਵੀ ਬਦਲ ਲਿਆ। ਇੱਕ ਕਮਰੇ ਵਾਲੇ ਛੋਟੇ ਜਿਹੇ ਘਰ ਕਿਰਾਏ 'ਤੇ ਲੈ ਲਿਆ। ਮਾਂ ਤਾਂ ਪਰੇਸ਼ਾਨ ਚਿਹਰਾ ਦੇਖ ਕੇ ਮੈਂ ਖੁਦ ਵੀ ਪਰੇਸ਼ਾਨ ਹੋ ਜਾਂਦੀ। ਭਰਾ ਤਾਂ ਹਜੇ ਬਹੁਤ ਛੋਟਾ ਸੀ, ਇਸ ਕਰਕੇ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਉਹ ਕੰਮ ਕਰੇਗਾ। ਇਸ ਕਰਕੇ ਮੈਨੂੰ ਹੀ ਬਾਹਰ ਕਦਮ ਰੱਖਣਾ ਪਿਆ। ਪਹਿਲਾਂ ਤਾਂ ਪਿਤਾ ਜੀ ਦੀ ਰੇਹੜੀ ਕੱਢ ਕੇ ਘਰ ਦੇ ਬਾਹਰ ਲਗਾ ਲਈ। ਰੋਜ਼ ਸਵੇਰੇ ਤੜਕੇ ਮੰਮੀ ਦੇ ਨਾਲ ਜਾ ਕੇ ਮੰਡੀ ਤੋਂ ਤਾਜ਼ੀ ਸਬਜ਼ੀ ਲੈ ਆਉਂਦੀ ਤੇ ਘਰ ਦੇ ਬਾਹਰ ਰੱਖ ਕੇ ਵੇਚ ਦਿੰਦੀ। ਪਰ ਇਸ ਦੇ ਵਿੱਚ ਇੰਨੇ ਪੈਸੇ ਨਹੀਂ ਬਚਦੇ ਸੀ ਕਿ ਸਾਡੇ ਰੋਜ਼ ਦੇ ਖਰਚੇ ਪੂਰੇ ਹੋ ਜਾਣ। ਪਰ ਪਿਤਾ ਜੀ ਦੇ ਇਲਾਜ ਦੇ ਲਈ ਪੈਸੇ ਕਿੱਥੋਂ ਆਉਂਦੇ? ਇਸ ਕਰਕੇ ਮੈਂ ਇੱਕ ਫੈਸਲਾ ਕਰ ਲਿਆ ਕਿ ਮਾਂ ਨੂੰ ਇਸ ਬਾਰੇ ਦੱਸਾਂ। ਮਾਂ ਨੇ ਮੈਨੂੰ ਮਨਾ ਕੀਤਾ, ਪਰ ਮੈਂ ਆਪਣੀ ਗੱਲ 'ਤੇ ਡਟੀ ਰਹੀ। ਪਿਤਾ ਜੀ ਤੋਂ ਇਜਾਜ਼ਤ ਲੈ ਲਈ। ਇਜਾਜ਼ਤ ਦੇਣ ਵਾਲੇ ਪਿਤਾ ਜੀ ਦਾ ਦਿਲ ਬਹੁਤ ਭਾਰੀ ਹੋ ਗਿਆ ਸੀ, ਕਿਉਂਕਿ ਉਹਨਾਂ ਨੇ ਮੇਰੇ ਵਾਸਤੇ ਕੁਝ ਹੋਰ ਸੁਪਨੇ ਦੇਖੇ ਸੀ। ਹੁਣ ਇੱਕਦਮ ਹਾਲਾਤ ਪਲਟਣ ਦੀ ਵਜ੍ਹਾ ਨਾਲ ਸਭ ਅਧੂਰਾ ਰਹਿ ਗਿਆ ਸੀ। ਪਿਤਾ ਜੀ ਦੀ ਇਜਾਜ਼ਤ ਮਿਲਣ 'ਤੇ ਮੈਂ ਅਗਲੇ ਹੀ ਦਿਨ ਅਲੱਗ-ਅਲੱਗ ਜਗ੍ਹਾਵਾਂ 'ਤੇ ਨੌਕਰੀ ਦੇ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ। ਅਖਬਾਰ ਮੰਗਵਾਈ, ਉਸ ਵਿੱਚ ਨੌਕਰੀ ਦੀ ਐਡ ਦੇਖ ਕੇ ਵੱਖ-ਵੱਖ ਥਾਵਾਂ 'ਤੇ ਅਪਲਾਈ ਕਰਦੀ ਰਹੀ। ਪੂਰਾ 1 ਮਹੀਨਾ ਨੌਕਰੀ ਦੇ ਲਈ ਅਪਲਾਈ ਕਰਦੀ ਰਹੀ, ਪਰ ਕਿਤੇ ਮੈਨੂੰ ਨੌਕਰੀ ਨਹੀਂ ਮਿਲੀ। ਇੰਟਰਵਿਊ ਦੀ ਕਾਲ ਆਉਂਦੀ ਤੇ ਮੈਂ ਇੰਟਰਵਿਊ ਦੇਣ ਜਾਂਦੀ, ਪਰ ਇੱਦਾਂ ਲੱਗਦਾ ਜਿੱਦਾਂ ਉੱਥੇ ਪਹਿਲਾਂ ਹੀ ਨੌਕਰੀ ਦੇ ਲਈ ਸਿਲੈਕਸ਼ਨ ਹੋ ਗਿਆ ਹੋਵੇ ਤੇ ਇੰਟਰਵਿਊ ਤਾਂ ਬਸ ਇੱਕ ਫਾਰਮੈਲਿਟੀ ਹੋਵੇ। ਪਰ ਇਹਨਾਂ ਦਿਨਾਂ ਵਿੱਚ ਹੀ ਮੈਨੂੰ ਇੱਕ ਜਗ੍ਹਾ 'ਤੇ ਨੌਕਰੀ ਮਿਲ ਗਈ। ਸੈਲਰੀ ਬਹੁਤ ਜ਼ਿਆਦਾ ਨਹੀਂ ਸੀ, ਪਰ ਠੀਕ ਸੀ। ਮੈਂ ਖੁਸ਼ੀ ਨਾਲ ਖਿਲ ਉੱਠੀ, ਤੁਰੰਤ ਜੁਆਇਨ ਕਰ ਲਿਆ। ਹਜੇ ਜੁਆਇਨ ਹੋਏ ਨੂੰ ਥੋੜ੍ਹੇ ਹੀ ਦਿਨ ਗੁਜ਼ਰੇ ਸੀ ਕਿ ਬੌਸ ਨੇ ਆਪਣੇ ਕਮਰੇ ਵਿੱਚ ਬੁਲਾ ਕੇ ਕਹਿਣ ਲੱਗਾ ਕਿ ਮਿਸ ਰੇਖਾ, ਤੁਹਾਡੀ ਜਿੰਨੀ ਕਾਬਲੀਅਤ ਹੈ, ਜਿੰਨਾ ਵਧੀਆ ਤੁਸੀਂ ਕੰਮ ਕਰਦੇ ਹੋ, ਉਸ ਦੇ ਹਿਸਾਬ ਨਾਲ ਤੁਹਾਡੀ ਸੈਲਰੀ ਅਤੇ ਪੋਸਟ ਘੱਟ ਨਹੀਂ ਹੈ। ਬੌਸ ਨੇ ਮੈਨੂੰ ਇਹ ਗੱਲ ਕਹੀ ਕਿ ਮੈਂ ਥੋੜ੍ਹਾ ਸੋਚ ਵਿੱਚ ਪੈ ਗਈ, ਹਾਂ ਕਹਾਂ ਜਾਂ ਨਾ, ਪਰ ਫਿਰ ਹਿੰਮਤ ਕਰਕੇ ਮੈਂ ਹਾਂ ਕਰ ਦਿੱਤੀ ਤੇ ਉਹ ਕੁਝ ਸਮੇਂ ਤੱਕ ਗਹਿਰੀਆਂ ਨਜ਼ਰਾਂ ਨਾਲ ਮੈਨੂੰ ਦੇਖਦੇ ਰਹੇ। ਮੈਨੂੰ ਘਬਰਾਹਟ ਹੋਣ ਲੱਗ ਪਈ। ਫਿਰ ਉਹ ਕਹਿਣ ਲੱਗੇ, ਤੁਹਾਡੀ ਸੈਲਰੀ ਅਤੇ ਪੋਸਟ ਵੱਧ ਸਕਦੀ ਹੈ ਜੇਕਰ ਤੁਸੀਂ ਮੈਨੂੰ ਖੁਸ਼ ਕਰੋ। ਉਹਨਾਂ ਦੀ ਗੱਲ ਮੈਨੂੰ ਸਮਝ ਨਾ ਲੱਗੀ ਤਾਂ ਮੈਂ ਕਿਹਾ, ਉਹ ਕਿੱਦਾਂ? ਫਿਰ ਉਹ ਕਮੀਨਗੀ ਦੇ ਨਾਲ ਹੱਸਦੇ ਹੋਏ ਬੋਲੇ, ਮਿਸ ਰੇਖਾ, ਹੁਣ ਤੁਸੀਂ ਸਮਝਦਾਰ ਹੋ, ਸਮਝ ਸਕਦੀ ਹੋ। ਇਸ ਦੇ ਵਾਸਤੇ ਤੁਹਾਨੂੰ ਸਿਰਫ ਮੈਨੂੰ ਖੁਸ਼ ਕਰਨਾ ਹੋਵੇਗਾ। ਬੌਸ ਦੀ ਗੱਲ ਸੁਣ ਕੇ ਮੇਰੇ ਤਨ ਬਦਨ ਵਿੱਚ ਅੱਗ ਲੱਗ ਗਈ। ਮੈਂ ਇੱਕਦਮ ਗੁੱਸੇ ਨਾਲ ਖੜੀ ਹੋ ਗਈ ਤੇ ਕਿਹਾ, ਤੇਰੇ ਵਰਗੇ ਕਮੀਨਿਆਂ ਦੀ ਵਜ੍ਹਾ ਨਾਲ ਹੀ ਕੁੜੀਆਂ ਘਰੋਂ ਨਿਕਲਣ ਤੋਂ ਡਰਦੀਆਂ ਹਨ। ਮੈਂ ਲਾਹਨਤ ਦਿੰਦੀ ਹਾਂ ਤੈਨੂੰ ਤੇ ਤੇਰੇ ਕੰਮ 'ਤੇ। ਮੈਂ ਗੁੱਸੇ ਨਾਲ ਉੱਠ ਕੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਉਹ ਕਮੀਨਾ ਬੌਸ ਮੈਨੂੰ ਪਿੱਛੋਂ ਆਵਾਜ਼ਾਂ ਲਗਾਉਂਦਾ ਰਿਹਾ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਮੈਨੂੰ ਆਪਣਾ ਆਪ ਇੰਨਾ ਲਾਚਾਰ ਤੇ ਬੇਮੋਲ ਲੱਗਾ ਰਿਹਾ ਸੀ। ਇਹ ਦੁਨੀਆ ਮਜਬੂਰ ਅਤੇ ਲਾਚਾਰ ਲੋਕਾਂ ਦੀ ਨਹੀਂ। ਮੈਂ ਕਿੰਨੀ ਦੇਰ ਇਸੇ ਤਰ੍ਹਾਂ ਬੇਮਕਸਦ ਸੜਕ ਦੇ ਕਿਨਾਰੇ ਚੱਲਦੀ ਰਹੀ। ਆਖਿਰ ਕਦੋਂ ਤੱਕ? ਘਰ ਤਾਂ ਜਾਣਾ ਹੀ ਸੀ। ਘਰ ਪਹੁੰਚ ਕੇ ਮਾਂ ਨੇ ਮੇਰਾ ਪਰੇਸ਼ਾਨ ਚਿਹਰਾ ਦੇਖਿਆ ਤਾਂ ਪੁੱਛਣ ਲੱਗੀ, ਕੀ ਹੋਇਆ ਰੇਖਾ, ਐਨੀ ਪਰੇਸ਼ਾਨ ਕਿਉਂ ਹੈ? ਮਾਂ ਦੀ ਪੁੱਛਣ ਦੀ ਦੇਰ ਸੀ ਕਿ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਮਾਂ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਮਾਂ ਨੇ ਮੈਨੂੰ ਆਪਣੇ ਨਾਲ ਲਗਾ ਲਿਆ ਅਤੇ ਹੌਸਲਾ ਦਿੱਤਾ। ਉਹ ਕਹਿਣ ਲੱਗੀ, ਬੇਟਾ, ਜੇ ਤੂੰ ਘਰੋਂ ਬਾਹਰ ਨਿਕਲੀ ਹੈ ਤਾਂ ਤੈਨੂੰ ਇਸ ਤਰ੍ਹਾਂ ਦੇ ਭੇੜੀਏ ਨਾਲ ਲੜਨਾ ਹੋਵੇਗਾ। ਇੱਦਾਂ ਦੇ ਬਹੁਤ ਸਾਰੇ ਦਰਿੰਦੇ ਤੇਰੇ ਰਸਤੇ ਵਿੱਚ ਆਉਣਗੇ, ਪਰ ਤੈਨੂੰ ਹਿੰਮਤ ਅਤੇ ਸਮਝ ਤੋਂ ਕੰਮ ਲੈਣਾ ਹੋਵੇਗਾ। ਮਾਂ ਨੇ ਮੈਨੂੰ ਬਹੁਤ ਸਮਝਾਇਆ, ਪਰ ਮੈਂ ਪਰੇਸ਼ਾਨ ਹੋ ਗਈ ਸੀ। ਅਗਲੇ ਦਿਨ ਮੈਂ ਹਿੰਮਤ ਅਤੇ ਹੌਸਲੇ ਨਾਲ ਨਵੀਂ ਨੌਕਰੀ ਦੀ ਤਲਾਸ਼ ਵਿੱਚ ਲੱਗ ਗਈ ਤੇ ਫਿਰ ਜਲਦੀ ਹੀ ਮੈਨੂੰ NK ਇੰਟਰਪ੍ਰਾਈਜ਼ਸ ਵਿੱਚ ਨੌਕਰੀ ਮਿਲ ਗਈ। ਇਹ ਨੌਕਰੀ ਪਹਿਲੀ ਵਾਲੀ ਨੌਕਰੀ ਨਾਲੋਂ ਬਹੁਤ ਵਧੀਆ ਸੀ। ਸੈਲਰੀ ਵੀ ਜ਼ਿਆਦਾ ਸੀ ਤੇ ਪਿਕ ਅਤੇ ਡਰੌਪ ਦੀ ਵੀ ਸੁਵਿਧਾ ਸੀ।
ਮੈਨੂੰ ਹੁਣ ਕਾਫੀ ਆਸਾਨੀ ਹੋ ਗਈ ਸੀ। ਇੱਥੇ ਕੰਮ ਕਰਦੇ ਹੋਏ ਮੈਨੂੰ 3 ਮਹੀਨੇ ਹੋ ਗਏ ਸੀ। ਇੱਥੋਂ ਦਾ ਮਾਹੌਲ ਬਹੁਤ ਵਧੀਆ ਸੀ। ਮੈਂ ਅੱਜ ਤੱਕ ਆਪਣੀ ਕੰਪਨੀ ਦੇ ਹੈੱਡ ਨੂੰ ਹੀ ਦੇਖਿਆ ਨਹੀਂ ਸੀ। ਹਾਲਾਂਕਿ ਆਫਿਸ ਵਿੱਚ ਬੌਸ ਦੇ ਬੇਟੇ ਦੀਆਂ ਬਹੁਤ ਗੱਲਾਂ ਹੁੰਦੀਆਂ। ਕੋਈ ਉਸ ਨੂੰ ਪਾਗਲ ਕਹਿੰਦਾ, ਕੋਈ ਸਾਈਕੋ ਕਹਿੰਦਾ, ਪਰ ਮੈਂ ਅੱਜ ਤੱਕ ਉਸ ਨੂੰ ਦੇਖਿਆ ਨਹੀਂ ਸੀ। ਸ਼ਾਇਦ ਉਹ ਆਫਿਸ ਆਉਂਦਾ ਹੀ ਨਹੀਂ ਸੀ। ਮੈਂ ਵੀ ਆਪਣੇ ਕੰਮ ਨਾਲ ਕੰਮ ਰੱਖਦੀ ਸੀ। ਫਿਰ ਇਹਨਾਂ ਦਿਨਾਂ ਵਿੱਚ ਬੌਸ ਨੇ ਬਹੁਤ ਸਾਰੇ ਵਰਕਰਾਂ ਦੀ ਜ਼ਰੂਰੀ ਮੀਟਿੰਗ ਬੁਲਾਈ ਅਤੇ ਉਹਨਾਂ ਦੇ ਵੱਲੋਂ ਇੱਕ ਅਜੀਬ ਐਲਾਨ ਸੁਣਨ ਨੂੰ ਮਿਲਿਆ। ਬੌਸ ਨੇ ਕਿਹਾ, ਜੋ ਵੀ ਲੜਕੀ ਮੇਰੇ ਬੇਟੇ ਦੇ ਨਾਲ ਵਿਆਹ ਕਰੇਗੀ, ਉਸ ਦੇ ਨਾਲ ਪੂਰੇ 24 ਘੰਟੇ ਗੁਜ਼ਾਰੇਗੀ, ਮੈਂ ਉਸ ਨੂੰ ਇਨਾਮ ਦੇ ਤੌਰ 'ਤੇ ਬਹੁਤ ਵੱਡੀ ਰਕਮ ਦੇਵਾਂਗਾ। ਮੈਨੂੰ ਬੌਸ ਦੀ ਇਹ ਗੱਲ ਚੰਗੀ ਨਾ ਲੱਗੀ। ਨਾ ਜਾਣੇ ਉਹਨਾਂ ਦੇ ਬੇਟੇ ਦੇ ਨਾਲ ਕੀ ਮਸਲਾ ਸੀ। ਬੌਸ ਨੇ ਇਸ ਤਰ੍ਹਾਂ ਦਾ ਐਲਾਨ ਕੀਤਾ ਸੀ, ਪਰ ਫਿਰ ਬਰਾਬਰ ਇਹ ਗੱਲ ਸੁਣਨ ਨੂੰ ਮਿਲੀ ਕਿ ਕੋਈ ਵੀ ਲੜਕੀ ਬੌਸ ਦੇ ਬੇਟੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ। ਪਰ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਵਾਰ-ਵਾਰ ਇਹੀ ਖਿਆਲ ਆ ਰਿਹਾ ਸੀ ਕਿ ਜੇ ਇੰਨੇ ਪੈਸੇ ਮਿਲਣਗੇ ਤਾਂ ਮੈਂ ਬੌਸ ਦੇ ਬੇਟੇ ਦੇ ਨਾਲ ਵਿਆਹ ਕਰ ਲਵਾਂਗੀ। ਇਹਨਾਂ ਪੈਸਿਆਂ ਦੇ ਨਾਲ ਮੈਂ ਪਿਤਾ ਜੀ ਦਾ ਇਲਾਜ ਕਰਵਾ ਸਕਦੀ ਹਾਂ ਤੇ ਇੱਕ ਵਾਰ ਪਿਤਾ ਜੀ ਠੀਕ ਹੋ ਜਾਣ ਤਾਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਅਤੇ ਫਿਰ ਇਹ ਕਿਹੜਾ ਸੱਚ ਦਾ ਵਿਆਹ ਹੋਣਾ ਹੈ, ਇਹ ਤਾਂ ਇੱਕ ਸੌਦਾ ਹੀ ਹੋਣਾ ਹੈ। ਪਰ ਦਿਮਾਗ ਇਸ ਗੱਲ ਨੂੰ ਮੰਨਦਾ ਨਾ। ਦਿਲ ਅਤੇ ਦਿਮਾਗ ਦੇ ਵਿਚਕਾਰ ਇੱਕ ਜੰਗ ਜਾਰੀ ਰਹੀ। ਫਿਰ ਦਿਲ ਜਿੱਤ ਗਿਆ ਤੇ ਮੈਂ ਇਸ ਅੱਗ ਵਿੱਚ ਡਿੱਗਣ ਦਾ ਫੈਸਲਾ ਕੀਤਾ। ਬੌਸ ਨੂੰ ਹਾਂ ਕਰ ਦਿੱਤੀ। ਮੇਰੀ ਗੱਲ ਸੁਣ ਕੇ ਬੌਸ ਬਹੁਤ ਖੁਸ਼ ਹੋਏ ਤੇ ਉਸੇ ਸਮੇਂ ਐਤਵਾਰ ਦਾ ਦਿਨ ਵਿਆਹ ਦੇ ਲਈ ਤੈਅ ਕਰ ਦਿੱਤਾ। ਮੈਂ ਘਰ ਆ ਕੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਸਦਮੇ ਵਿੱਚ ਚਲੀ ਗਈ। ਉਹ ਮੇਰੇ ਨਾਲ ਨਾਰਾਜ਼ ਹੋ ਗਈ। ਪਿਤਾ ਜੀ ਦਾ ਰਵੱਈਆ ਵੀ ਮਾਂ ਤੋਂ ਅਲੱਗ ਨਹੀਂ ਸੀ। ਦੋਨਾਂ ਨੇ ਹੀ ਮੈਨੂੰ ਇਸ ਕੰਮ ਨੂੰ ਕਰਨ ਤੋਂ ਮਨਾ ਕਰ ਦਿੱਤਾ, ਪਰ ਮੈਂ ਹੁਣ ਇਹ ਸਭ ਤੈਅ ਕਰ ਚੁੱਕੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਪੈ ਗਿਆ ਸੀ ਜਿਨ੍ਹਾਂ ਨਾਲ ਮੈਂ ਪਿਤਾ ਜੀ ਦਾ ਇਲਾਜ ਕਰਵਾ ਸਕਦੀ ਸੀ। ਇਸ ਤੋਂ ਇਲਾਵਾ ਮੈਨੂੰ ਕੋਈ ਹੋਰ ਰਸਤਾ ਵੀ ਨਜ਼ਰ ਨਹੀਂ ਸੀ ਆ ਰਿਹਾ। ਮਾਂ ਪਿਤਾ ਜੀ 1-2 ਦਿਨ ਮੇਰੇ ਤੋਂ ਨਾਰਾਜ਼ ਰਹੇ, ਫਿਰ ਮੈਨੂੰ ਸਮਝਾਉਣ ਬੈਠ ਗਏ, ਪਰ ਹੁਣ ਮੈਂ ਸਮਝਾਉਣ ਦੀ ਹੱਦ ਤੋਂ ਬਾਹਰ ਨਿਕਲ ਚੁੱਕੀ ਸੀ। ਇਸ ਕਰਕੇ ਮੈਂ ਉਹਨਾਂ ਦੀ ਗੱਲ ਨਾ ਮੰਨੀ ਅਤੇ ਐਤਵਾਰ ਦਾ ਦਿਨ ਆ ਗਿਆ। ਸਾਦੇ ਜਿਹੇ ਪ੍ਰੋਗਰਾਮ ਵਿੱਚ ਸਾਡਾ ਵਿਆਹ ਹੋ ਗਿਆ। ਮੈਂ ਹਜੇ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦੇਖਿਆ ਸੀ, ਪਰ ਉਸ ਦਾ ਨਾਮ ਸੁਣ ਕੇ ਹੈਰਾਨ ਜ਼ਰੂਰ ਹੋਈ ਸੀ। ਪਰ ਉਹ ਨਾਮ ਦੇ ਤਾਂ ਬਹੁਤ ਸਾਰੇ ਲੋਕ ਹੁੰਦੇ ਹਨ। ਹੁਣ ਇਹ ਰਾਹੁਲ ਉਹ ਰਾਹੁਲ ਬਿਲਕੁਲ ਨਹੀਂ ਹੋ ਸਕਦਾ ਸੀ। ਉਸਦੇ ਆਉਣ ਨਾਲ ਤਾਂ ਦਿਲ ਧੜਕ ਜਾਂਦਾ ਸੀ, ਜਦ ਕਿ ਇਹ ਤਾਂ ਪਤਾ ਨਹੀਂ ਕਿਹੜਾ ਪਾਗਲ ਸਾਈਕੋ ਹੈ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਜਦੋਂ ਮੈਂ ਆਪਣੇ ਕਮਰੇ ਵਿੱਚ ਰਾਹੁਲ ਨੂੰ ਦੇਖਿਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹ ਪਿਆਰ ਭਰੀਆਂ ਨਜ਼ਰਾਂ ਨਾਲ ਮੈਨੂੰ ਹੀ ਦੇਖ ਰਿਹਾ ਸੀ। ਮੈਂ ਸ਼ਰਮਾਉਂਦੇ ਹੋਏ ਸਿਰ ਝੁਕਾਇਆ ਸੀ। ਫਿਰ ਉਸ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਜੋ ਤੂੰ ਇੱਦਾਂ ਸਾਈਕੋ ਹੁੰਦਾ ਜਾ ਰਿਹਾ ਹੈ? ਕਿਉਂ ਤੇਰੇ ਬਾਰੇ ਇੱਦਾਂ ਮਸ਼ਹੂਰ ਹੈ? ਮੇਰੀ ਗੱਲ ਸੁਣ ਕੇ ਰਾਹੁਲ ਨੇ ਇੱਕ ਗਹਿਰਾ ਸਾਹ ਲਿਆ ਤੇ ਕਹਿਣ ਲੱਗਾ, ਜਦੋਂ ਮੈਂ ਜੈਪੁਰ ਤੋਂ ਮਾਈਗ੍ਰੇਟ ਹੋ ਕੇ ਦਿੱਲੀ ਯੂਨੀਵਰਸਿਟੀ ਵਿੱਚ ਆਇਆ ਸੀ ਤਾਂ ਉੱਥੋਂ ਦੇ ਡਿਪਾਰਟਮੈਂਟ ਵਿੱਚ ਐਂਟਰ ਹੁੰਦੇ ਹੀ ਮੇਰੀ ਪਹਿਲੀ ਨਜ਼ਰ ਤੇਰੇ ਉੱਤੇ ਪਈ ਸੀ। ਤੂੰ ਇੱਕ ਸਾਈਡ ਤੇ ਬੈਂਚ ਤੇ ਬੈਠ ਕੇ ਆਪਣਾ ਕੁਝ ਨੋਟਸ ਬਣਾ ਰਹੀ ਸੀ। ਬਾਕੀ ਸਾਰੀਆਂ ਕੁੜੀਆਂ ਫੈਸ਼ਨ ਦੀਆਂ ਮਾਰੀਆਂ ਜਿਨ੍ਹਾਂ ਨੇ ਮੇਕਅਪ ਕਰਕੇ ਖੁਦ ਨੂੰ ਕੇਕ ਪੇਸਟਰੀ ਬਣਾਇਆ ਹੋਇਆ ਸੀ, ਪਰ ਤੇਰਾ ਚਿਹਰਾ ਹਰ ਤਰ੍ਹਾਂ ਦੇ ਮੇਕਅਪ ਤੋਂ ਦੂਰ ਬਹੁਤ ਪਿਆਰਾ ਲੱਗ ਰਿਹਾ ਸੀ। ਦੁਪੱਟਾ ਵੀ ਲਿਆ ਹੋਇਆ ਸੀ ਤੇ ਬਹੁਤ ਸਿੱਧੀ ਸਾਦੀ ਪਿਆਰੀ ਲੱਗ ਰਹੀ ਸੀ। ਮੈਂ ਬਸ ਤੈਨੂੰ ਹੀ ਦੇਖਦਾ ਰਿਹਾ। ਇੱਦਾਂ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਲੜਕੀਆਂ ਨਹੀਂ ਆਈਆਂ, ਪਰ ਉਹ ਸਿਰਫ ਟਾਈਮ ਪਾਸ ਦੇ ਲਈ ਸੀ। ਪਰ ਜਦੋਂ ਤੈਨੂੰ ਦੇਖਿਆ ਤਾਂ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ। ਫਿਰ ਮੈਂ ਸੋਚ ਲਿਆ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਅਤੇ ਤੈਨੂੰ ਆਪਣੀ ਪਤਨੀ ਬਣਾਵਾਂਗਾ। ਤੈਨੂੰ ਦੇਖਣਾ, ਤੇਰੇ ਨਾਲ ਗੱਲਾਂ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਇਹਨਾਂ ਦਿਨਾਂ ਵਿੱਚ ਹੀ ਪਾਪਾ ਵੱਲੋਂ ਮੇਰੇ ਉੱਪਰ ਵਿਆਹ ਦਾ ਪ੍ਰੈਸ਼ਰ ਪੈਣ ਲੱਗ ਪਿਆ। ਜਦੋਂ ਮੈਂ ਉਹਨਾਂ ਨੂੰ ਤੇਰੇ ਬਾਰੇ ਦੱਸਿਆ ਤਾਂ ਪਾਪਾ ਨੇ ਸਟੇਟਸ ਦੀ ਵਜ੍ਹਾ ਨਾਲ ਸਾਫ਼-ਸਾਫ਼ ਮਨਾ ਕਰ ਦਿੱਤਾ ਅਤੇ ਤੈਨੂੰ ਮਿਲਣਾ ਵੀ ਜ਼ਰੂਰੀ ਨਾ ਸਮਝਿਆ। ਉਹਨਾਂ ਨੂੰ ਤੇਰੀ ਕਾਬਲੀਅਤ ਅਤੇ ਖੂਬਸੂਰਤੀ ਦੇ ਨਾਲ ਕੋਈ ਮਤਲਬ ਨਹੀਂ ਸੀ। ਉਹ ਆਪਣੇ ਵਰਗੇ ਹੀ ਬਿਜ਼ਨਸ ਕਲਾਸ ਫੈਮਿਲੀ ਨਾਲ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਸੀ, ਜਿਸ ਨਾਲ ਉਹ ਆਪਣੇ ਬਿਜ਼ਨਸ ਨੂੰ 4 ਚੰਦ ਲਗਾ ਲੈਂਦੇ। ਮੈਂ ਉਹਨਾਂ ਨੂੰ ਵਾਰ-ਵਾਰ ਮਨਾ ਕੀਤਾ, ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਇੱਕ ਜਗ੍ਹਾ ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ।
ਮੈਂ ਇਸੇ ਕਰਕੇ ਆਖਰੀ ਦਿਨ ਯੂਨੀਵਰਸਿਟੀ ਨਹੀਂ ਆਇਆ ਸੀ। ਮੈਨੂੰ ਪਤਾ ਸੀ ਤੂੰ ਮੈਨੂੰ ਪਸੰਦ ਕਰਦੀ ਐਂ, ਪਰ ਮੈਂ ਆਖਰੀ ਦਿਨ ਤੇਰੀ ਆਸ ਅਤੇ ਉਮੀਦ ਨਹੀਂ ਤੋੜ ਸਕਦਾ ਸੀ, ਇਸ ਕਰਕੇ ਮੈਂ ਨਹੀਂ ਆਇਆ ਸੀ। ਪਾਪਾ ਨੇ ਮੇਰੀ ਮੰਗਣੀ ਬੜੀ ਧੂਮਧਾਮ ਨਾਲ ਕਰ ਦਿੱਤੀ। ਮੈਂ ਪਾਪਾ ਦੀ ਮਰਜ਼ੀ ਦੇ ਅੱਗੇ ਸਿਰ ਝੁਕਾ ਦਿੱਤਾ, ਪਰ ਉਸ ਤੋਂ ਬਾਅਦ ਮੈਂ ਚੁੱਪਚਾਪ ਰਹਿਣ ਲੱਗ ਪਿਆ। ਮੇਰੀ ਮੰਗੇਤਰ ਅਕਸਰ ਮੈਨੂੰ ਬਾਹਰ ਲੈ ਕੇ ਆਉਂਦੀ, ਮੈਨੂੰ ਮਹਿੰਗੇ ਮਹਿੰਗੇ ਤੋਹਫੇ ਦਿੰਦੀ। ਉਹ ਮੇਰੇ ਨਾਲ ਵਕਤ ਗੁਜ਼ਾਰਨਾ ਚਾਹੁੰਦੀ ਸੀ, ਪਰ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ। ਵਾਰ-ਵਾਰ ਤੇਰਾ ਹੀ ਖਿਆਲ ਆਉਂਦਾ। ਤੇ ਫਿਰ ਇੱਕ ਦਿਨ ਯੂਨੀਵਰਸਿਟੀ ਦੇ ਕਲਰਕ ਡਿਪਾਰਟਮੈਂਟ ਤੋਂ ਮੇਰੇ ਘਰ ਐਡਰੈਸ ਕਢਵਾਇਆ ਤਾਂ ਤੇਰੇ ਘਰ ਵੀ ਗਿਆ, ਪਰ ਉੱਥੇ ਤਾਂ ਪਤਾ ਲੱਗਿਆ ਕਿ ਤੁਸੀਂ ਘਰ ਬਦਲਿਆ ਹੈ। ਮੈਂ ਬਹੁਤ ਨਾਉਮੀਦ ਹੋ ਗਿਆ ਤੇ ਇੰਨੇ ਵੱਡੇ ਸ਼ਹਿਰ ਵਿੱਚ ਤੈਨੂੰ ਕਿੱਥੋਂ ਲੱਭਦਾ। ਇਹਨਾਂ ਦਿਨਾਂ ਵਿੱਚ ਮੇਰੀ ਮੰਗੇਤਰ ਦੇ ਨਾਲ ਝਗੜਾ ਹੋ ਗਿਆ। ਉਹ ਮੈਨੂੰ ਕਿਤੇ ਬਾਹਰ ਲੈ ਕੇ ਜਾਣਾ ਚਾਹੁੰਦੀ ਸੀ। ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਅਤੇ ਉਹ ਮੈਨੂੰ ਵਾਰ-ਵਾਰ ਤੰਗ ਨਾ ਕਰੇ। ਉਸ ਨੂੰ ਮੇਰਾ ਇਨਕਾਰ ਬਹੁਤ ਬੁਰਾ ਲੱਗਾ ਤੇ ਉਸਨੇ ਆਪਣੇ ਪਾਪਾ ਨੂੰ ਮੇਰੇ ਵਰਤਾਵ ਦੇ ਬਾਰੇ ਸ਼ਿਕਾਇਤ ਕਰ ਦਿੱਤੀ। ਉਹਨਾਂ ਨੇ ਮੇਰੇ ਪਾਪਾ ਦੇ ਨਾਲ ਗੱਲ ਕੀਤੀ ਤੇ ਘਰ ਵਿੱਚ ਇੱਕ ਤੂਫਾਨ ਉੱਠ ਗਿਆ। ਪਾਪਾ ਨੇ ਮੈਨੂੰ ਬਹੁਤ ਬੁਰਾ ਭਲਾ ਕਿਹਾ ਤੇ ਫਿਰ ਸਾਫ਼-ਸਾਫ਼ ਵਾਰਨਿੰਗ ਦੇ ਦਿੱਤੀ ਕਿ ਮੈਨੂੰ ਆਪਣੀ ਮੰਗੇਤਰ ਤੋਂ ਮਾफ़ੀ ਮੰਗਣੀ ਹੋਵੇਗੀ ਅਤੇ ਆਪਣਾ ਵਰਤਾਵ ਠੀਕ ਕਰਨਾ ਹੋਵੇਗਾ, ਕਿਉਂਕਿ ਉਹਨਾਂ ਦੇ ਬਿਜ਼ਨਸ ਨੂੰ ਨੁਕਸਾਨ ਹੋ ਸਕਦਾ ਸੀ। ਮੇਰਾ ਇਹ ਰਿਸ਼ਤੇ ਨੂੰ ਲੈ ਕੇ ਇੱਦਾਂ ਦਾ ਕੋਈ ਇਰਾਦਾ ਨਹੀਂ ਸੀ। ਮੈਂ ਨਾ ਹੀ ਉਸ ਲੜਕੀ ਤੋਂ ਮਾफ़ੀ ਮੰਗੀ ਤੇ ਨਾ ਹੀ ਆਪਣੇ ਰਿਸ਼ਤੇ ਨੂੰ ਠੀਕ ਕੀਤਾ। ਇਸ ਦੇ ਨਤੀਜੇ ਸਾਡੀ ਮੰਗਣੀ ਟੁੱਟ ਗਈ। ਪਾਪਾ ਮੇਰੇ ਉੱਪਰ ਬਹੁਤ ਗੁੱਸੇ ਹੋਏ ਤੇ ਫਿਰ ਪਾਪਾ ਨੇ ਇੱਕ ਹੋਰ ਜਗ੍ਹਾ 'ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਮੈਨੂੰ ਉਸ ਲੜਕੀ ਨੂੰ ਮਿਲਣ ਜੁਲਣ ਦਾ ਵਕਤ ਦਿੱਤਾ। ਪਾਪਾ ਚਾਹੁੰਦੇ ਸੀ ਕਿ ਅਸੀਂ ਦੋਨੋਂ ਇੱਕ ਦੂਜੇ ਨੂੰ ਸਮਝ ਜਾਈਏ ਅਤੇ ਫਿਰ ਜਲਦੀ ਹੀ ਵਿਆਹ ਪੱਕਾ ਕਰ ਦੇਣਗੇ, ਪਰ ਮੈਂ ਘਰ ਹੀ ਪਿਆ ਰਹਿੰਦਾ। ਮੇਰਾ ਦਿਲ ਹੀ ਨਹੀਂ ਕਰਦਾ ਕਿ ਮੈਂ ਕਿਤੇ ਬਾਹਰ ਜਾਵਾਂ। ਪਾਪਾ ਮੈਨੂੰ ਬਹੁਤ ਝਿੜਕਦੇ ਸਮਝਾਉਂਦੇ, ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਹੁਣ ਸਮਾਂ ਬੀਤਣ ਤੋਂ ਬਾਅਦ ਪਾਪਾ ਨੂੰ ਮੇਰੀ ਚਿੰਤਾ ਹੋਣ ਲੱਗ ਪਈ ਸੀ। ਉਹ ਮੈਨੂੰ ਵਕਤ ਦਿੰਦੇ ਤੇ ਮੇਰੇ ਨਾਲ ਖਾਣਾ ਖਾਂਦੇ, ਪਰ ਮੈਨੂੰ ਹੁਣ ਉਹਨਾਂ ਦਾ ਸਾਥ ਨਹੀਂ ਚਾਹੀਦਾ ਸੀ। ਜਦੋਂ ਮੈਨੂੰ ਉਹਨਾਂ ਦੀ ਜ਼ਰੂਰਤ ਸੀ ਉਦੋਂ ਤਾਂ ਆਪਣਾ ਬਿਜ਼ਨਸ ਸੈੱਟ ਕਰਨ ਵਿੱਚ ਲੱਗੇ ਹੋਏ ਸੀ। ਖੈਰ ਮੇਰਾ ਇਹ ਰਿਸ਼ਤਾ ਵੀ ਨਹੀਂ ਹੋਇਆ। ਮੈਂ ਪਾਪਾ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ। ਹੁਣ ਮੇਰੇ ਵਾਸਤੇ ਕੋਈ ਵੀ ਰਿਸ਼ਤਾ ਨਾ ਦੇਖਣਾ, ਨਾ ਹੀ ਮੈਂ ਵਿਆਹ ਕਰਨਾ ਹੈ। ਮੈਨੂੰ ਕੁਝ ਸਮਾਂ ਦਿਓ। ਪਾਪਾ ਵੀ ਸ਼ਾਇਦ ਕੁਝ ਸਮਝ ਗਏ ਸੀ, ਇਸ ਕਰਕੇ ਉਹਨਾਂ ਨੇ ਮੈਨੂੰ ਸੰਭਾਲਣ ਦਾ ਵਕਤ ਦਿੱਤਾ। ਕੁਝ ਦਿਨ ਇਸੇ ਤਰ੍ਹਾਂ ਗੁਜ਼ਰ ਗਏ। ਪਾਪਾ ਨੇ ਆਪਣੇ ਇਕਲੌਤੇ ਬੇਟੇ ਨੂੰ ਦੁਨੀਆ ਤੋਂ ਅਲੱਗ ਅਤੇ ਇਕੱਲੇ ਰਹਿੰਦਾ ਦੇਖਦੇ ਤਾਂ ਉਹਨਾਂ ਨੂੰ ਚੰਗਾ ਨਾ ਲੱਗਦਾ। ਅਕਸਰ ਉਹ ਮੇਰੇ ਦੋਸਤਾਂ ਨੂੰ ਬਹਾਨੇ ਨਾਲ ਘਰ ਬੁਲਾਉਂਦੇ ਤਾਂ ਕਿ ਮੈਂ ਖੁਸ਼ ਹੋਵਾਂ, ਪਰ ਮੈਂ ਉਸ ਸਮੇਂ ਤਾਂ ਖੁਸ਼ ਹੋ ਜਾਂਦਾ, ਪਰ ਬਾਅਦ ਵਿੱਚ ਮੇਰਾ ਫਿਰ ਤੋਂ ਉਹੀ ਹਾਲ ਹੁੰਦਾ। ਕੁਝ ਦਿਨਾਂ ਬਾਅਦ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਉਸ ਲੜਕੀ ਨੂੰ ਲੱਭ ਲੈ। ਜੇਕਰ 1 ਮਹੀਨੇ ਦੇ ਅੰਦਰ ਅੰਦਰ ਤੂੰ ਉਹ ਲੜਕੀ ਨੂੰ ਲੱਭਣ ਵਿੱਚ ਕਾਮਯਾਬ ਹੋ ਗਿਆ ਤਾਂ ਮੈਂ ਤੇਰਾ ਵਿਆਹ ਉਸ ਲੜਕੀ ਨਾਲ ਕਰ ਦਿਆਂਗਾ, ਨਹੀਂ ਤਾਂ ਤੈਨੂੰ ਮੇਰੀ ਦੱਸੀ ਲੜਕੀ ਦੇ ਨਾਲ ਹੀ ਵਿਆਹ ਕਰਨਾ ਹੋਵੇਗਾ। ਪਾਪਾ ਦੀ ਸ਼ਰਤ ਮੰਨ ਕੇ ਮੈਂ ਤੈਨੂੰ ਲੱਭਣਾ ਸ਼ੁਰੂ ਕਰ ਦਿੱਤਾ। ਤੇਰੇ ਪੁਰਾਣੇ ਮੁਹੱਲੇ ਵਿੱਚ ਗਿਆ, ਉੱਥੋਂ ਤੇਰਾ ਨਵਾਂ ਪਤਾ ਲਿਆ, ਪਰ ਉਹਨਾਂ ਨੇ ਜੋ ਪਤਾ ਦਿੱਤਾ ਉਹ ਗਲਤ ਨਿਕਲਿਆ। ਤੇਰੇ ਪਾਪਾ ਦੇ ਬਾਰੇ ਵੀ ਮੈਨੂੰ ਕੁਝ ਪਤਾ ਨਹੀਂ ਸੀ, ਇਸ ਕਰਕੇ ਮੈਂ ਪੁੱਛ-ਗਿੱਛ ਕਰਦਾ। 1 ਮਹੀਨਾ ਕਿੱਦਾਂ ਗੁਜ਼ਰ ਗਿਆ ਪਤਾ ਹੀ ਨਾ ਲੱਗਾ। ਮੇਰੇ ਕੋਲ ਤੇਰੀ ਕੋਈ ਤਸਵੀਰ ਵੀ ਨਹੀਂ ਸੀ ਤੇ ਨਾ ਹੀ ਤੇਰੀ ਕਿਸੇ ਦੇ ਨਾਲ ਦੋਸਤੀ ਸੀ ਜਿਸ ਤੋਂ ਮੈਂ ਤੇਰੇ ਬਾਰੇ ਪੁੱਛ ਸਕਦਾ। ਜਿੱਦਾਂ ਹੀ ਮਹੀਨਾ ਖਤਮ ਹੋਇਆ ਤਾਂ ਪਾਪਾ ਨੇ ਮੈਨੂੰ ਤੇਰੇ ਬਾਰੇ ਪੁੱਛਿਆ। ਮੈਂ ਹਾਰੇ ਹੋਏ ਅੰਦਾਜ਼ ਨਾਲ ਪਾਪਾ ਨੂੰ ਕਿਹਾ ਉਹ ਜਿਸ ਦੇ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹਨ ਕਰ ਦੇਣ, ਮੈਂ ਤਿਆਰ ਹਾਂ। ਪਾਪਾ ਤਾਂ ਖੁਸ਼ੀ ਵਿੱਚ ਬੇਕਾਬੂ ਹੋ ਗਏ। ਕੁਝ ਦਿਨਾਂ ਬਾਅਦ ਆ ਕੇ ਮੈਨੂੰ ਬੋਲੇ, ਇਸ ਐਤਵਾਰ ਤੇਰਾ ਵਿਆਹ ਹੈ, ਤਿਆਰ ਰਹਿਣਾ। ਮੈਂ ਉਹਨਾਂ ਨੂੰ ਲੜਕੀ ਦੇ ਬਾਰੇ ਕੁਝ ਨਾ ਪੁੱਛਿਆ, ਕਿਉਂਕਿ ਜਦੋਂ ਤੂੰ ਹੀ ਨਾ ਮਿਲੀ ਫਿਰ ਕੋਈ ਵੀ ਹੋਵੇ ਕੀ ਫਰਕ ਪੈਂਦਾ ਹੈ। ਐਤਵਾਰ ਨੂੰ ਮੈਂ ਦੱਸੇ ਸਮੇਂ 'ਤੇ ਤਿਆਰ ਹੋ ਗਿਆ। ਵਿਆਹ ਦੇ ਦੌਰਾਨ ਮੈਂ ਤੇਰਾ ਨਾਮ ਸੁਣ ਕੇ ਹੈਰਾਨ ਰਹਿ ਗਿਆ, ਪਰ ਫਿਰ ਸੋਚਿਆ ਰੇਖਾ ਨਾਮ ਦੀਆਂ ਲੜਕੀਆਂ ਤਾਂ ਇਸ ਦੁਨੀਆ ਵਿੱਚ ਬਹੁਤ ਹਨ, ਪਰ ਜਦੋਂ ਤੈਨੂੰ ਆਪਣੇ ਕਮਰੇ ਵਿੱਚ ਦੇਖਿਆ ਤਾਂ ਹੱਕਾ ਬੱਕਾ ਰਹਿ ਗਿਆ। ਸ਼ਾਇਦ ਰੱਬ ਨੇ ਸਾਡਾ ਮਿਲਣਾ ਲਿਖਿਆ ਸੀ, ਇਸੇ ਤਰ੍ਹਾਂ ਸਾਡਾ ਨਸੀਬ ਮਿਲਣਾ ਸੀ। ਦੇਖੋ ਅੱਜ ਅਸੀਂ ਇੱਕ ਹੋ ਗਏ ਹਾਂ। ਰਾਹੁਲ ਨੇ ਇਹ ਕਹਿੰਦੇ ਹੋਏ ਆਪਣਾ ਹੱਥ ਅੱਗੇ ਕੀਤਾ ਅਤੇ ਮੈਂ ਆਪਣਾ ਹੱਥ ਉਸ ਦੇ ਹੱਥ 'ਤੇ ਰੱਖ ਦਿੱਤਾ। ਅਗਲੀ ਸਵੇਰ ਮੈਂ ਤੇ ਰਾਹੁਲ ਕਮਰੇ ਤੋਂ ਬਾਹਰ ਨਿਕਲੇ ਤੇ ਜਾ ਕੇ ਪਾਪਾ ਨੂੰ ਮਿਲੇ। ਪਾਪਾ ਸਾਨੂੰ ਦੋਨਾਂ ਨੂੰ ਇਕੱਠੇ ਖੁਸ਼ ਦੇਖ ਕੇ ਬਹੁਤ ਹੈਰਾਨ ਹੋਏ। ਫਿਰ ਸਾਨੂੰ ਦੋਨਾਂ ਨੂੰ ਗਲੇ ਲਗਾ ਲਿਆ। ਫਿਰ ਅਸੀਂ ਮਿਲ ਕੇ ਇਕੱਠੇ ਨਾਸ਼ਤਾ ਕੀਤਾ। ਰਾਹੁਲ ਇੱਕ ਚੀਜ਼ ਮੈਨੂੰ ਚੱਕ ਕੇ ਦੇ ਰਿਹਾ ਸੀ। ਪਾਪਾ ਹੈਰਾਨੀ ਨਾਲ ਰਾਹੁਲ ਵੱਲ ਦੇਖ ਰਹੇ ਸੀ। ਸਿਰਫ ਮੈਂ ਅਤੇ ਰਾਹੁਲ ਹੀ ਸੱਚਾਈ ਜਾਣਦੇ ਸੀ ਕਿ ਪਾਪਾ ਨੂੰ ਇਸ ਬਾਰੇ ਕੁਝ ਵੀ ਨਾ ਦੱਸਿਆ।
ਮੈਂ ਅਤੇ ਰਾਹੁਲ ਨੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਵਾਅਦਾ ਕੀਤਾ ਕਿ ਅਸੀਂ ਇਹ ਗੱਲ ਕਦੀ ਵੀ ਕਿਸੇ ਨੂੰ ਨਹੀਂ ਦੱਸਾਂਗੇ ਕਿ ਅਸੀਂ ਦੋਨੋਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਮੈਂ ਉਹੀ ਲੜਕੀ ਹਾਂ ਜਿਸ ਨਾਲ ਰਾਹੁਲ ਵਿਆਹ ਕਰਾਉਣਾ ਚਾਹੁੰਦਾ ਸੀ। ਵਿਆਹ ਨੂੰ 1 ਮਹੀਨਾ ਗੁਜ਼ਰ ਗਿਆ। ਇੱਦਾਂ ਹੀ ਬੈਠੇ ਬੈਠੇ ਮੈਨੂੰ ਰਾਹੁਲ ਦੀ ਮੰਮੀ ਦਾ ਖਿਆਲ ਆਇਆ। ਮੈਂ ਪੁੱਛਿਆ ਕਿ ਰਾਹੁਲ ਤੁਹਾਡੀ ਮੰਮੀ ਕਿੱਥੇ ਹੈ? ਮੈਂ ਕਦੀ ਵੀ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਸੁਣੀ ਤੇ ਨਾ ਹੀ ਕਦੀ ਕੋਈ ਤਸਵੀਰ ਦੇਖੀ, ਜਦਕਿ ਤੁਹਾਡੀਆਂ ਤੇ ਪਾਪਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ। ਮੇਰੀ ਗੱਲ ਸੁਣ ਕੇ ਰਾਹੁਲ ਫਿੱਕਾ ਜਿਹਾ ਹੱਸਿਆ ਤੇ ਕਹਿਣ ਲੱਗਾ, ਚਲੋ ਅੱਜ ਤੈਨੂੰ ਸੱਚ ਦੱਸ ਹੀ ਦਿੰਦਾ ਹਾਂ। ਮੇਰੀ ਮੰਮੀ ਪਾਪਾ ਦਾ ਵਿਆਹ ਇੱਕ ਵਿਆਹ ਨਹੀਂ ਬਲਕਿ ਦੋਨਾਂ ਪਰਿਵਾਰਾਂ ਦਾ ਕਾਰੋਬਾਰ ਅੱਗੇ ਵਧਾਉਣ ਦਾ ਇੱਕ ਸੌਦਾ ਸੀ, ਜਿਸ ਨੂੰ ਉਹਨਾਂ ਦੋਵਾਂ ਨੇ ਮਜਬੂਰ ਕੀਤਾ ਅਤੇ ਇੱਕ ਦੂਜੇ ਨੂੰ ਅਪਣਾ ਲਿਆ। ਮੰਮੀ ਆਪਣੀ ਸੋਸ਼ਲ ਲਾਈਫ ਵਿੱਚ ਹੀ ਜ਼ਿਆਦਾ ਬਿਜ਼ੀ ਰਹਿੰਦੀ ਸੀ। ਉਹ ਕਲੱਬ ਜਾਂਦੀ ਤੇ ਪਾਰਟੀਆਂ ਕਰਦੀ। ਪਾਪਾ ਆਪਣੇ ਬਿਜ਼ਨਸ ਨੂੰ 2-4 ਕਰਨ ਵਿੱਚ ਲੱਗੇ ਰਹਿੰਦੇ। ਦੋਨਾਂ ਦਾ ਇੱਕ ਰਿਸ਼ਤਾ ਤਾਂ ਸੀ ਪਰ ਦੋਨੋਂ ਇਕੱਠੇ ਨਹੀਂ ਰਹਿੰਦੇ ਸੀ। ਦੋਨਾਂ ਦੇ ਵਿੱਚ ਪਿਆਰ ਨਹੀਂ ਸੀ। ਇਸੇ ਦੌਰਾਨ ਨਾ ਚਾਹੁੰਦੇ ਹੋਏ ਵੀ ਮੈਂ ਪੈਦਾ ਹੋ ਗਿਆ। ਜਦਕਿ ਮੰਮੀ ਨੂੰ ਬੱਚਾ ਨਹੀਂ ਚਾਹੀਦਾ ਸੀ। ਉਹ ਆਪਣੇ ਪੈਰਾਂ ਨੂੰ ਕਿਸੇ ਤਰ੍ਹਾਂ ਦੀਆਂ ਬੇੜੀਆਂ ਨਹੀਂ ਪਾਉਣਾ ਚਾਹੁੰਦੇ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਆ ਗਿਆ। ਮੇਰਾ ਜਨਮ ਤੋਂ ਬਾਅਦ ਦੋਨਾਂ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ। ਇੱਦਾਂ ਹੀ ਕਰਦੇ ਕਰਦੇ ਮੈਂ 8 ਸਾਲ ਦਾ ਹੋ ਗਿਆ। ਉਹਨਾਂ ਦਿਨਾਂ ਵਿੱਚ ਹੀ ਮੰਮੀ ਦਾ ਅਫੇਅਰ ਸੁਣਨ ਵਿੱਚ ਆਇਆ ਸੀ। ਮੰਮੀ ਆਪਣੇ ਤੋਂ ਘੱਟ ਉਮਰ ਦੇ ਲੜਕੇ ਨਾਲ ਅਕਸਰ ਦਿਖਾਈ ਦਿੰਦੀ। ਫਿਰ ਇੱਕ ਦਿਨ ਮੰਮੀ ਨੇ ਤਲਾਕ ਦਾ ਕੇਸ ਲਗਾ ਦਿੱਤਾ। ਜਦੋਂ ਪਾਪਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮੰਮੀ ਦੀਆਂ ਮਿੰਨਤਾਂ ਕਰਨ ਲੱਗ ਪਏ, ਕਿਉਂਕਿ ਬਿਜ਼ਨਸ ਵਿੱਚ 50% ਦੀ ਸ਼ੇਅਰ ਹੋਲਡਰ ਮੰਮੀ ਸੀ। ਮੰਮੀ ਉਹਨਾਂ ਦੇ ਹੱਥ 'ਚੋਂ ਨਿਕਲ ਜਾਂਦੀ, ਜਿਸ ਦਾ ਮਤਲਬ ਸੀ ਅੱਧਾ ਬਿਜ਼ਨਸ ਹੱਥੋਂ ਨਿਕਲ ਜਾਂਦਾ। ਪਾਪਾ ਨੇ ਮੰਮੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੰਮੀ ਆਪਣੀ ਗੱਲ 'ਤੇ ਅੜੀ ਰਹੀ। ਇਸ ਤਰ੍ਹਾਂ ਉਹਨਾਂ ਦਾ ਤਲਾਕ ਹੋ ਗਿਆ। ਮੰਮੀ ਪਾਪਾ ਨੂੰ ਮੰਮੀ ਦੇ 50% ਸ਼ੇਅਰ ਵਾਪਸ ਕਰਨੇ ਪਏ। ਪਾਪਾ ਨੂੰ ਤਾਂ ਬਹੁਤ ਵੱਡਾ ਝਟਕਾ ਲੱਗਿਆ ਤੇ ਬਹੁਤ ਸਮਾਂ ਲੱਗਾ ਪਾਪਾ ਨੂੰ ਦੁਬਾਰਾ ਬਿਜ਼ਨਸ ਪੈਰਾਂ 'ਤੇ ਖੜਾ ਕਰਨ ਲਈ। ਪਾਪਾ ਨੇ ਦੁਬਾਰਾ ਵਿਆਹ ਨਾ ਕੀਤਾ ਤੇ ਮੰਮੀ ਦੀ ਇੱਕ ਚੀਜ਼ ਘਰੋਂ ਕੱਢ ਦਿੱਤੀ, ਇੱਥੋਂ ਤੱਕ ਕਿ ਤਸਵੀਰਾਂ ਵੀ ਸੁੱਟ ਦਿੱਤੀਆਂ। ਇਹ ਸਭ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ। ਮੈਂ ਰਾਹੁਲ ਨੂੰ ਸੀਨੇ ਨਾਲ ਲਗਾ ਲਿਆ। ਹੁਣ ਮੇਰੇ ਅੱਗੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ।